ਇੱਕ ਫਰੂਟੀ ਦੇ ਲਾਲਚ ਦੇ ਵਿੱਚ ਕਿੱਦਾਂ ਫਸੀ। ਦਰਅਸਲ ਲੁਧਿਆਣਾ ਪੁਲਿਸ ਵੱਲੋਂ ਇੱਕ ਫਰੂਟੀ ਪਲਾਨ ਬਣਾਇਆ ਗਿਆ ਸੀ ਕਿਉਂਕਿ ਲੁਧਿਆਣਾ ਪੁਲਿਸ ਨੂੰ ਇਸ ਦੀ ਸੂਹ ਮਿਲੀ ਸੀ ਕਿ ਇਸ ਇਲਾਕੇ ਦੇ ਵਿੱਚ ਉਹ ਮਾਸਟਰਮਾਈਂਡ ਉਹ ਡਾਕੂ ਹਸੀਨਾ ਘੁੰਮ ਰਹੀ ਹੈ। ਤਾਂ ਲੁਧਿਆਣਾ ਪੁਲਿਸ ਨੇ ਵੀ ਆਪਣੇ ਤਰੀਕੇ ਨਾਲ ਪਲਾਨ ਬਣਾਇਆ, ਉੱਥੇ ਫਰੂਟੀਆਂ ਮੁਫਤ ਦੇ ਵਿੱਚ ਸੰਗਤ ਨੂੰ ਵੰਡਣੀਆਂ ਸ਼ੁਰੂ ਕਰ ਦਿੱਤੀਆਂ ਜਾਂ ਫਰੂਟੀ ਦਾ ਲੰਗਰ ਲਾ ਲਿਆ ਕਿਉਂਕਿ ਉਹ ਚਿਹਰਾ ਪਛਾਣਨਾ ਚਾਹੁੰਦੇ ਸੀ ਕਿ ਕਾਸ਼ ਉਹ ਜਿਹੜੀ ਔਰਤ ਹੈ ਉਹ ਡਾਕੂ ਹਸੀਨਾ ਹੈ, ਉਹਨਾਂ ਦੇ ਚੁੰਗਲ 'ਚ ਫਸ ਜਾਵੇ। ਤੇ ਹੋਇਆ ਵੀ ਉਹੀ। ਮੁਫਤ ਦੀ ਫਰੂਟੀ ਲੈਂਦਿਆਂ ਉਸਨੇ ਆਪਣੇ ਚਿਹਰੇ ਤੋਂ ਮਾਸਕ ਉਤਾਰ ਦਿੱਤਾ। ਨਾਲ ਉਸਦਾ ਪਤੀ ਵੀ ਸੀ, ਮਨਦੀਪ ਮੋਨਾ ਉਹ ਲੜਕੀ ਤੇ ਨਾਲ ਉਸਦਾ ਪਤੀ ਦੋਨੇ ਪਛਾਣੇ ਗਏ। ਸੋ ਪੁਲਿਸ ਨੇ ਜਿਹੜਾ ਟਰੈਪ ਲਾਇਆ ਸੀ ਜਾਂ ਪੁਲਿਸ ਨੇ ਜਿਹੜਾ ਪਲਾਨ ਬਣਾਇਆ ਸੀ ਉਸ ਦੇ ਵਿੱਚ ਉਹ ਫਸ ਗਏ। ਪੁਲਿਸ ਦੇ ਕਰਮਚਾਰੀ, ਪੁਲਿਸ ਦੇ ਅਧਿਕਾਰੀ ਖੁਦ ਹੀ ਉੱਥੇ ਫਰੂਟੀ ਵੰਡ ਰਹੇ ਸੀ ਔਰ ਉਹਨਾਂ ਦੋਨਾਂ ਦੀ ਤਾਕ 'ਚ ਸੀ। ਸ਼੍ਰੀ ਹੇਮਕੁੰਟ ਸਾਹਿਬ ਨੂੰ ਸੰਗਤ ਕਿਉਂਕਿ ਜਾ ਰਹੀ ਸੀ, ਜ਼ਿਆਦਾ ਭੀੜ ਨਹੀਂ ਸੀ ਔਰ ਜ਼ਿਆਦਾ ਭੀੜ ਪਹਿਲਾਂ ਭੀੜ ਜ਼ਿਆਦਾ ਸੀਗੀ, ਉੱਥੇ ਭੀੜ ਜ਼ਿਆਦਾ ਹੋਣ ਕਰਕੇ ਪੁਲਿਸ ਪਛਾਣ ਨਹੀਂ ਸਕੀ। ਠੰਡ ਕਿਉਂਕਿ ਬਹੁਤ ਜ਼ਿਆਦਾ ਹੈ, ਇਸ ਕਰਕੇ ਲੋਕਾਂ ਨੇ ਆਪਣੇ ਮੂੰਹ ਢੱਕੇ ਹੋਏ ਸੀ, ਚਿਹਰੇ ਢੱਕੇ ਹੋਏ ਸੀ। ਲੁਧਿਆਣਾ ਪੁਲਿਸ ਇਸ ਡਾਕੂ ਹਸੀਨਾ ਨੂੰ ਤਲਾਸ਼ਣ ਦੀ ਕੋਸ਼ਿਸ਼ ਕਰ ਰਹੀ ਸੀ। ਇਨਪੁਟ ਪੱਕੇ ਸੀ ਪਰ ਉਹ ਹਰ ਕਿਸੇ ਦਾ ਫੇਸ ਜਿਹੜਾ ਹੈ ਮਾਸਕ ਲਾ ਕੇ ਚੈੱਕ ਨਹੀਂ ਕਰ ਸਕਦੇ ਸੀ। ਇਹ ਪੁਲਿਸ ਦੇ ਲਈ ਉੱਥੇ ਇੱਕ ਵੱਡੀ ਸਭ ਤੋਂ ਦਿੱਕਤ ਸੀ। ਸੋ ਇਸ ਕਰਕੇ ਪੁਲਿਸ ਨੇ ਇਹ ਪਲਾਨ ਬਣਾਇਆ ਤੇ ਜਿਵੇਂ ਹੀ ਮੋਨਾ ਤੇ ਉਸਦਾ ਪਤੀ ਫਰੂਟੀ ਲੈਣ ਦੇ ਲਈ ਪੁਲਿਸ ਕੋਲੇ ਆਏ ਤਾਂ ਉਹਨਾਂ ਨੇ ਆਪਣਾ ਮਾਸਕ ਹਟਾਇਆ, ਚਿਹਰੇ ਤੋਂ ਤਾਂ ਉਹਨਾਂ ਦੀ ਪਛਾਣ ਉਜਾਗਰ ਹੋ ਗਈ ਤੇ ਪੁਲਿਸ ਨੇ ਉਹਨਾਂ ਨੂੰ ਉੱਥੇ ਭੀੜ ਭਾੜ ਇਲਾਕੇ ਚੋਂ ਛੱਡ ਕੇ ਥੋੜੀ ਅੱਗੇ ਜਾ ਕੇ ਪੁਲਿਸ ਨੇ ਉਹਨਾਂ ਦਾ ਪਿੱਛਾ ਕੀਤਾ ਤੇ ਅੱਗੇ ਜਾ ਕੇ ਜਦੋਂ ਥੋੜਾ ਜਿਹਾ ਖਾਲੀ ਜਗ੍ਹਾ ਮਿਲੀ, ਖਾਲੀ ਥਾਂ ਮਿਲਿਆ ਤਾਂ ਉੱਥੇ ਉਹਨਾਂ ਨੂੰ ਇੱਕਦਮ ਪੁਲਿਸ ਨੇ ਅਰੈਸਟ ਕਰ ਲਿਆ। ਉਸ ਜਗ੍ਹਾ ਤੇ ਨਹੀਂ ਕੀਤਾ ਜਿੱਥੇ ਬਹੁਤ ਜ਼ਿਆਦਾ ਭੀੜ ਭਾੜ ਸੀ ਕਿਉਂਕਿ ਪੁਲਿਸ ਚਾਹੁੰਦੀ ਸੀ ਕਿ ਇੱਥੇ ਕਿਸੇ ਤਰੀਕੇ ਦੀ ਕੋਈ ਦਿੱਕਤ ਨਾ ਹੋਵੇ, ਭੀੜ ਭਾੜ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਆ ਜਾਏ। ਇਸ ਕਰਕੇ ਪੁਲਿਸ ਨੇ ਉਹਨਾਂ ਦਾ ਪਿੱਛਾ ਕਰਦੇ ਹੋਏ ਥੋੜਾ ਅੱਗੇ ਖਾਲੀ ਥਾਂ ਤੇ ਜਾ ਕੇ, ਖਾਲੀ ਇਲਾਕੇ 'ਚ ਜਾ ਕੇ ਇਹਨਾਂ ਦੋਨਾਂ ਨੂੰ ਅਰੈਸਟ ਕਰ ਲਿਆ। ਕਰੋੜਾਂ ਦੀ ਲੁੱਟ ਤੇ ਮਾਸਟਰਮਾਈਂਡ ਡਾਕੂ ਹਸੀਨਾ ਮਨਦੀਪ ਕੌਰ ਹੁਣ ਪੁਲਿਸ ਦੇ ਹੱਥ ਤੇ ਚੜ ਚੁੱਕੀ ਹੈ, ਲੇਕਿਨ ਬਹੁਤ ਹੀ ਸ਼ਾਤਿਰ ਤਰੀਕੇ ਨਾਲ ਉਹ ਲਗਾਤਾਰ ਪੁਲਿਸ ਤੋਂ ਬਚ ਰਹੀ ਸੀ। ਲੇਕਿਨ ਇੱਕ ਫਰੂਟੀ ਨੇ ਡਾਕੂ ਹਸੀਨਾ ਨੂੰ ਕਾਬੂ ਕਰਾਤਾ। ਬਿਲਕੁਲ ਸਹੀ, ਪੁਲਿਸ ਨੇ ਇੱਕ ਵੱਡੇ ਹੀ, ਕਿਉਂਕਿ ਪੁਲਿਸ ਦੇ ਵਾਸਤੇ ਇੱਕ ਬਹੁਤ ਵੱਡਾ ਚੈਲੰਜ ਸੀ ਕਿ ਆਖਿਰ ਇੰਨੇ ਲੋਕਾਂ 'ਚ ਉਹਨੂੰ ਕਿੱਥੇ ਲੱਭਿਆ ਜਾਵੇ ਕਿਉਂਕਿ ਠੰਡ ਉੱਥੇ ਜ਼ਿਆਦਾ ਸੀ, ਜਿਹੜਾ ਮੀਂਹ ਹੈ ਉੱਥੇ ਕਾਫੀ ਪੈ ਰਿਹਾ ਸੀ, ਇਸ ਕਰਕੇ ਫੇਸ ਕਵਰ ਕੀਤਾ ਹੋਇਆ ਸੀ ਲੋਕਾਂ ਨੇ ਤੇ ਕਾਫੀ ਪਹਿਚਾਣ ਕਰਨਾ ਮੁਸ਼ਕਿਲ ਹੋ ਰਿਹਾ ਸੀਗਾ। ਤੇ ਇਸ ਕਰਕੇ ਇੱਕ ਪੁਲਿਸ ਨੇ ਇੱਕ ਤਰਕੀਬ ਸੋਚੀ ਕਿ ਫਰੂਟੀ ਜਿਹੜੀ ਹੈ ਵੰਡੀ ਜਾਂਦੀ ਹੈ, ਉਸ ਤੋਂ ਬਾਅਦ ਲੋਕਾਂ ਨੂੰ ਵੰਡੀ ਜਾਏਗੀ ਤੇ ਫੇਸ ਜਿਹੜਾ ਹੈ ਉਹਦੇ ਵਿੱਚ ਹੋ ਸਕਦਾ ਹੈ ਉਹਦੀ ਪਹਿਚਾਣ, ਔਰ ਇਹੀ ਹੋਇਆ। ਜਦ ਫਰੂਟੀ ਵੰਡੀ ਗਈ ਲੋਕਾਂ ਨੂੰ ਤੇ ਇਹ ਦੋਵੇਂ ਉੱਥੇ ਪਹੁੰਚਦੇ ਹੈ। ਸਿਵਲ 'ਚ ਪੁਲਿਸ ਜਦ ਫਰੂਟੀ ਵੰਡ ਰਹੀ ਸੀ ਤਾਂ ਦੋਵੇਂ ਉੱਥੇ ਪਹੁੰਚਦੇ ਤੇ ਫਰੂਟੀ ਲੈ ਕੇ ਇਹਨਾਂ ਨੂੰ ਨਾਲ ਦੇ ਨਾਲ ਹੀ ਉੱਥੇ ਪਹਿਚਾਣ ਕੀਤੀ ਗਈ ਤੇ ਉਹਦੇ ਨਾਲ ਹੀ ਫੋਲੋ ਕੀਤਾ ਗਿਆ ਪੁਲਿਸ ਵੱਲੋਂ। ਥੋੜੀ ਦੂਰ ਆ ਕੇ ਇਹਨਾਂ ਨੂੰ ਕਾਬੂ ਕਰ ਲਿਆ ਗਿਆ। ਹਾਲਾਂਕਿ ਬੜੇ ਹੀ ਸ਼ਾਤਿਰ ਤਰੀਕੇ ਨਾਲ ਇਹ ਅੱਗੇ ਭੱਜਣ ਦੀ ਫਿਰਾਕ ਸੀਗੀ, ਨੇਪਾਲ ਭੱਜਣ ਦੀ ਫਿਰਾਕ ਸੀਗੀ ਕਿਉਂਕਿ ਇਹਨੂੰ ਪਤਾ ਸੀਗਾ ਕਿ ਇਹਦੇ ਜਿੰਨੇ ਵੀ ਸਾਥੀ ਹੈ ਉਹਨਾਂ ਨੂੰ ਕਾਬੂ ਕਰ ਲਿਆ ਜਾ ਚੁੱਕਾ ਹੈ ਤੇ ਹੁਣ ਇਹ ਪੁਲਿਸ ਦੀ ਲਗਾਤਾਰ ਰਡਾਰ ਤੇ ਹੈ ਔਰ ਇਹੀ ਹੋਇਆ। ਲਗਾਤਾਰ ਪੁਲਿਸ ਇਹਦੇ ਵਿੱਚ ਕੰਮ ਕਰ ਰਹੀ ਸੀ, ਕਾਊਂਟਰ ਇੰਟੈਲੀਜੈਂਸ ਲੁਧਿਆਣਾ ਪੁਲਿਸ ਲਗਾਤਾਰ ਦੇ ਵਿੱਚ ਕੰਮ ਕਰ ਰਹੀ ਸੀ ਔਰ ਇਸ ਨੂੰ ਕਾਬੂ ਕੀਤਾ ਗਿਆ ਹੈ। ਹੇਮਕੁੰਟ ਸਾਹਿਬ ਦੀ ਯਾਤਰਾ ਤੋਂ ਬਾਅਦ ਇਹ ਸਿੱਧਾ ਨੇਪਾਲ ਭੱਜਣ ਦੀ ਫਿਰਾਕ ਸੀਗੀ ਤੇ ਉਸ ਤੋਂ ਪਹਿਲਾਂ ਹੀ ਇਹਨੂੰ ਕਾਬੂ ਕਰ ਲਿਆ ਗਿਆ। ਹੁਣ ਪੁੱਛਗਿੱਛ 'ਚ ਬਹੁਤ ਸਾਰੀ ਚੀਜ਼ਾਂ ਦਾ ਖੁਲਾਸਾ ਹੋ ਰਿਹਾ ਹੈ ਕਿ ਆਖਿਰ ਇਹ ਸ਼ਾਤਿਰ ਡਾਕੂ ਹਸੀਨਾ ਜੋ ਆਪਣੇ ਆਪ ਨੂੰ ਇੱਕ ਐਡਵੋਕੇਟ ਕਹਿੰਦੀ ਸੀ, ਮਨਜਿੰਦਰ ਮਨੀ ਨੂੰ ਇਹੀ ਸ਼ੋਅ ਕੀਤਾ ਹੋਇਆ ਸੀਗਾ ਕਿ ਮੈਂ ਇੱਕ ਐਡਵੋਕੇਟ ਆ ਤੇ ਐਡਵੋਕੇਟ ਦੇ ਹਿਸਾਬ ਨਾਲ ਜਿਹੜਾ ਹੈਗਾ ਉਹਨੂੰ ਮਿਲਦੀ ਸੀ ਤੇ ਇੱਕ ਵੱਡੀ ਪਲੈਨਿੰਗ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਪੂਰੀ ਪਲੈਨਿੰਗ ਕੀਤੀ ਔਰ ਉਸ ਤੋਂ ਬਾਅਦ ਇਹ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਹਾਲਾਂਕਿ ਹੁਣ ਸਾਰੇ ਜਿਹੜੇ ਅਕਿਊਜ਼ ਨੇ ਉਹ ਜਿਹੜੇ ਮਾਸਟਰਮਾਈਂਡ ਨੇ ਉਹ ਸਾਰੇ ਪੁਲਿਸ ਦੇ ਹੱਥੇ ਚੜ ਚੁੱਕੇ ਨੇ। ਲਗਾਤਾਰ ਇਨਵੈਸਟੀਗੇਸ਼ਨ ਹੋ ਰਹੀ ਹੈ ਕਿਸ ਤਰ੍ਹਾਂ ਦੀ ਚੀਜ਼ਾਂ, ਹੋਰ ਕਿਹੜੇ ਲੋਕਾਂ ਨੇ ਲੌਜਿਸਟਿਕ ਚੀਜ਼ਾਂ ਮੁਹੱਈਆ ਕਰਾਈ, ਇਹ ਸਾਰੀ ਚੀਜ਼ਾਂ ਦਾ ਹੁਣ ਖੁਲਾਸਾ ਜਿਹੜਾ ਹੈ ਲਗਾਤਾਰ ਪੁਲਿਸ ਕਰ ਰਹੀ ਹੈ ਤੇ ਹੋਰ ਵੀ ਜਿਹੜੇ ਖੁਲਾਸੇ ਹੈ, ਹੋਰ ਵੀ ਜਿਹੜੀ ਰਿਕਵਰੀ ਹੈ ਉਹ ਪੁਲਿਸ ਕਰ ਸਕਦੀ ਹੈ। ਲੁਧਿਆਣਾ ਤੋਂ ਕੈਮਰਾਮੈਨ ਅਮਨਦੀਪ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ। ਤੇ ਖਬਰ ਰਾਜਸਥਾਨ ਦੇ ਕੋਟਾ ਤੋਂ ਹੈ ਜਿੱਥੇ ਇੱਕ ਸ਼ਖਸ ਹਸਪਤਾਲ ਦੇ ਅੰਦਰ ਹੀ ਸਕੂਟੀ ਚਲਾਉਂਦਾ ਨਜ਼ਰ ਆਇਆ। ਇੰਨਾ ਹੀ ਨਹੀਂ, ਵਿਅਕਤੀ ਸਕੂਟੀ ਸਮੇਤ ਹੀ ਲਿਫਟ 'ਚ ਵੀ ਚੜ ਗਿਆ। ਪੂਰਾ ਮਾਮਲਾ ਕੀ ਸੀ ਇਸ ਰਿਪੋਰਟ 'ਚ ਦਿਖਾਉਂਦੇ ਹਾਂ। ਬਿਲਕੁਲ ਫਿਲਮੀ ਸਟਾਈਲ ਦੇ ਵਿੱਚ ਇੱਕ ਸ਼ਖਸ ਆਪਣੇ ਬੇਟੇ ਦੇ ਨਾਲ ਹਸਪਤਾਲ ਦੇ ਅੰਦਰ ਸਕੂਟੀ ਲੈ ਕੇ ਵੜ ਜਾਂਦਾ ਹੈ। ਨੇੜੇ-ਤੇੜੇ ਦੇ ਲੋਕ ਕਰਮਚਾਰੀ ਰੋਕਣ ਦੀ ਕੋਸ਼ਿਸ਼ ਕਰਦੇ ਨੇ ਪਰ ਵਿਅਕਤੀ ਨਹੀਂ ਮੰਨਦਾ ਅਤੇ ਸਕੂਟੀ ਦੇ ਨਾਲ ਹੀ ਲਿਫਟ ਦੇ ਵਿੱਚ ਚੜ ਜਾਂਦਾ ਹੈ।
ਤਸਵੀਰਾਂ ਰਾਜਸਥਾਨ ਦੇ ਕੋਟਾ ਦੀਆਂ ਨੇ, ਜਿੱਥੇ ਵੀਲਚੇਅਰ ਨੂੰ ਲੈ ਕੇ ਹੰਗਾਮਾ ਹੋ ਜਾਂਦਾ ਹੈ। ਦਰਅਸਲ ਸ਼ਖਸ ਦੇ ਬੇਟੇ ਦੇ ਪੈਰ ਤੇ ਫ੍ਰੈਕਚਰ ਹੈ, ਜਿਸ ਨੂੰ ਲੈ ਕੇ ਉਹ ਹਸਪਤਾਲ ਪਹੁੰਚੇ ਸੀ, ਪਰ ਉਹਨਾਂ ਨੂੰ ਤਲਾਸ਼ ਤੋਂ ਬਾਅਦ ਕੋਈ ਵੀਲਚੇਅਰ ਨਹੀਂ ਲੱਭੀ, ਜਿਸ ਦੇ ਚੱਲਦੇ ਉਹਨਾਂ ਨੂੰ ਕੋਈ ਰਸਤਾ ਨਹੀਂ ਸੁਝਿਆ ਤਾਂ ਆਪਣੇ ਬੇਟੇ ਨੂੰ ਸਕੂਟੀ ਤੇ ਬਿਠਾ ਕੇ ਆਰਥੋਪੈਡਿਕਸ ਵਾਰਡ ਤੱਕ ਲੈ ਗਿਆ। मैंने सब जगह ऊपर से लेकर नीचे तक व्हील चेयर के बारे में पूछा। फिर नीचे आके मैंने व्हील चेयर के बारे में सुखलाल जी और मुकेश जो स्ट्रेचर ले जाते हैं उनसे पूछा। 10 मिनट हमने इंतज़ार किया। इसके बाद सुखलाल जी ने बोला कि अभी बिल्डिंग नहीं बनी है, सामान नहीं आया, व्हील चेयर उपलब्ध नहीं है। तब मैंने उनसे रिक्वेस्ट की कि मेरे पास इलेक्ट्रॉनिक व्हीकल है जिससे आवाज़ नहीं आती, कोई ज़्यादा न्यूसेंस नहीं होगा, मैं बेटे को वहाँ से लेके आ सकता हूँ। उनने कहा अगर ले जा सकते हो तो लिफ्ट में व्हीकल चला जाएगा। ਵਾਰਡ 'ਚ ਸਕੂਟੀ ਵੇਖ ਕੇ ਵਾਰਡ ਇੰਚਾਰਜ ਨੇ ਇਤਰਾਜ਼ ਜ਼ਾਹਿਰ ਕੀਤਾ ਅਤੇ ਗੱਡੀ ਦੀ ਚਾਬੀ ਕੱਢ ਲਈ, ਜਿਸ ਤੇ ਦੋਨਾਂ ਦੇ ਵਿੱਚ ਤਿੱਖੀ ਬਹਿਸ ਹੋ ਗਈ। हम नीचे आ रहे थे, उस टाइम पे मैंने इनको रोका, इनकी गाड़ी की चाबी मैंने निकाली। और गाड़ी की चाबी इसलिए निकाली, अगर गाड़ी की चाबी नहीं निकालता तो शायद हो सकता है कि जैसे ये गार्डों को अगर चकमा दे करके अंदर आ सकते हैं, ऐसे मुझे चकमा दे करके भी बाहर जा सकते हैं। और इन्होंने मेरे से ये भी पूछा कि हु आर यू, आई एम इंचार्ज ऑफ न्यू ओपीडी। तो मेरी लाइबिलिटी बनती है ये कि इनको रोकना, पूछना कि आप किसके आदेश से गए, किसके आदेश से नहीं गए, ये मेरी लाइबिलिटी बनती है। ਜ਼ਿਕਰ ਹੋ ਗਿਆ ਕਿ ਹਸਪਤਾਲ ਦੀ ਨਵੀਂ ਬਿਲਡਿੰਗ ਦੇ ਵਿੱਚ ਸਿਰਫ 6 ਵੀਲਚੇਅਰ ਅਤੇ ਟਰਾਲੀ ਹੈ, ਜੋ ਐਮਰਜੈਂਸੀ ਸਥਿਤੀ ਦੇ ਵਿੱਚ ਵੀ ਨਜ਼ਰ ਨਹੀਂ ਆਉਂਦੀ। ਗੰਭੀਰ ਜ਼ਖਮੀ ਹਾਲਤ 'ਚ ਹਸਪਤਾਲ ਪਹੁੰਚੇ ਮਰੀਜ਼ਾਂ ਨੂੰ ਲੰਬਾ ਇੰਤਜ਼ਾਰ ਕਰਨਾ ਪੈਂਦਾ ਹੈ। मोटरसाइकिल से गिर गया। तो 3 मंजिल तक पैदल ही गए हैं? ना लिबर्ट से गया ना, और वापस कैसे आए? वापस लिबर्ट से आया वापस। तो ट्रॉली नहीं मिली गया? ट्रॉली नहीं मिली है? ट्रॉली व्हील चेयर ट्रॉली ट्रॉली तो माना बूझी कोई ना भाई, कहाँ है और कहाँ कौन। ਇਹਨਾਂ ਤਸਵੀਰਾਂ ਦੇ ਨਾਲ ਹਸਪਤਾਲ ਪ੍ਰਸ਼ਾਸਨ ਦੀ ਲਾਪਰਵਾਹੀ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਤਸਵੀਰਾਂ ਉਹਨਾਂ तमाम ਅਧਿਕਾਰੀਆਂ ਦੇ ਝੂਠੇ ਦਾਅਵੇ ਦਾ ਆਇਨਾ ਵੀ ਨੇ, ਜੋ ਹਸਪਤਾਲ ਦੇ ਵਿੱਚ ਬਿਹਤਰ ਸੁਵਿਧਾਵਾਂ ਦਾ ਦਾਅਵਾ ਕਰਦੇ ਨੇ। ਕੋਟਾ ਤੋਂ ਓਮ ਪ੍ਰਕਾਸ਼, ਨਿਊਜ਼ 18 ਪੰਜਾਬ। ਤੇ ਖਬਰ ਕੋਟਕਪੂਰਾ ਤੋਂ। ਕੋਟਕਪੂਰਾ 'ਚ ਪੁਲਿਸ ਦੀ ਗਸ਼ਤ ਕਰਕੇ ਇੱਕ ਲੁੱਟ ਦੀ ਵਾਰਦਾਤ ਟਲ ਗਈ, ਜਿਸ ਵੇਲੇ 4 ਲੋਕ ਲੁੱਟ ਦੇ ਇਰਾਦੇ ਨਾਲ ਇੱਕ ਦੁਕਾਨ ਤੇ ਪਹੁੰਚੇ ਤਾਂ ਉਧਰੋਂ ਪੁਲਿਸ ਵੀ ਪਹੁੰਚ ਗਈ ਤੇ ਲੁਟੇਰੇ ਆਪਣੀ ਬਾਈਕ ਛੱਡ ਕੇ ਭੱਜ ਖੜੇ ਹੋਏ। ਕੋਟਕਪੂਰਾ 'ਚ ਚੋਰਾਂ ਨੂੰ ਮੋਰ ਪੈ ਗਏ। ਜੀ ਹਾਂ, 4 ਚੋਰ ਜੋ ਲੁੱਟ ਦੀ ਨੀਅਤ ਨਾਲ ਸਵਖਤੇ ਹੀ ਇੱਕ ਦੁਕਾਨ ਤੇ ਪਹੁੰਚੇ ਸੀ, ਆਪਣੀ ਬਾਈਕ ਛੱਡ ਕੇ ਹੀ ਭੱਜ ਖੜੇ ਹੋਏ ਜਦੋਂ ਮੌਕੇ ਤੇ ਪੁਲਿਸ ਆ ਪਹੁੰਚੀ। ਇਹ ਸਭ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਮੂੰਹ ਨੇੜੇ ਇੱਕ ਦੁਕਾਨਦਾਰ ਨੇ ਅਜੇ ਦੁਕਾਨ ਖੋਲ੍ਹੀ ਹੀ ਸੀ ਕਿ 4 ਬਾਈਕ ਸਵਾਰ ਹਥਿਆਰਾਂ ਸਣੇ ਆ ਪਹੁੰਚੇ। ਆ ਕੇ ਬਾਈਕ ਤੋਂ ਉਤਰੇ ਹੀ ਸੀ ਕਿ ਉਧਰੋਂ ਗਸ਼ਤ ਕਰਦੀ ਪੁਲਿਸ ਟੀਮ ਵੀ ਆ ਪਹੁੰਚੀ। ਅਜੇ ਪੁਲਿਸ ਵਾਲਿਆਂ ਨੇ ਸਵਾਲ ਹੀ ਕੀਤਾ ਸੀ ਕਿ ਇੱਕ ਤਾਂ ਉਸੇ ਵੇਲੇ ਦੌੜ ਲਾ ਗਿਆ ਤੇ ਜਿਵੇਂ ਹੀ ਪੁਲਿਸ ਵਾਲੇ ਆਪਣੀ ਬਾਈਕ ਤੋਂ ਉਤਰਨ ਲੱਗੇ, ਬਾਕੀ 3 ਵੀ ਡੰਡੀ ਹੋ ਗਏ, ਆਪਣੀ ਬਾਈਕ ਵੀ ਉੱਥੇ ਹੀ ਛੱਡ ਗਏ। ਇਹ ਸਭ ਦੇਖ ਕੇ ਦੁਕਾਨਦਾਰ ਵੀ ਭੱਜ ਕੇ ਬਾਹਰ ਨਿਕਲਿਆ। ਪੁਲਿਸ ਦੀ ਗਸ਼ਤ ਦੌਰਾਨ ਲੁੱਟ ਹੋਣੋਂ ਟਲ ਗਈ ਏ। ਮੈਂ ਸਵੇਰੇ 5 ਵਜੇ ਉੱਠਿਆ ਤੇ ਜਦੋਂ ਮੇਰਾ ਸ਼ਟਰ ਮੈਂ ਓਪਨ ਕੀਤਾ, ਮਤਲਬ ਰਿਮੋਟ ਬੇਸਡ ਹੈ, ਤੇ ਜਿਵੇਂ ਰੋਲ ਹੋ ਰਿਹਾ ਸੀਗਾ, ਇਹਨੂੰ 4 ਲੋਕ ਆ ਕੇ ਗੇਟ ਤੇ ਮੇਰੇ ਖੜ ਗਏ, ਹਥਿਆਰ ਉਹਨਾਂ ਦੇ ਕੋਲੇ ਸੀਗੇ ਤੇ ਮੈਂ ਹਜੇ ਬਾਹਰ ਨਿਕਲਦਾ ਉਸ ਤੋਂ ਪਹਿਲਾਂ ਹੀ PCR ਦੇ ਮੁਲਾਜ਼ਮ ਆਪਣੇ 2 ਆ ਗਏ ਤੇ ਉਹਨਾਂ ਨੇ ਉਹਨਾਂ ਨੂੰ ਕੁਝ ਕੁਐਸਚਨ ਕੀਤਾ ਤੇ ਉਹ ਭੱਜ ਗਏ। ਉਧਰ ਪੁਲਿਸ ਹੁਣ ਇਹਨਾਂ ਲੁਟੇਰਿਆਂ ਦੀ ਤਲਾਸ਼ ਕਰ ਰਹੀ ਏ। ਇਹ ਭਾਈ ਸਾਹਿਬ ਆਪਣੇ ਕੰਮ ਤੇ ਜਾ ਰਹੇ ਸੀ ਤੇ ਇਹਨਾਂ ਨੇ ਆਪਣਾ ਜਿੱਦਾਂ ਹੀ ਸ਼ਟਰ ਖੋਲ੍ਹਿਆ ਤਾਂ ਇੰਨੇ ਨੂੰ ਕੀ ਹੋਇਆ ਵੀ ਕੁਝ ਬੰਦੇ ਜਿਹੜੇ ਪਹਿਲੇ ਖੜੇ ਸੀਗੇ ਉਹ PCR ਆਪਣਾ ਕੰਮ ਕਰਦੀ ਰੂਟੀਨ 'ਚ ਇੱਧਰ ਨੂੰ ਜਦੋਂ ਆਈ ਉਹਨਾਂ ਨੇ ਦੇਖਿਆ ਵੀ ਕੌਣ ਬੰਦੇ ਸ਼ੱਕੀ ਜਿਹੇ ਲੱਗੇ, ਉਹਨਾਂ ਨੇ ਮਤਲਬ ਉਹਨਾਂ ਨੂੰ ਚੈੱਕ ਕਰਨ ਦੀ ਕੋਸ਼ਿਸ਼ ਕੀਤੀ। ਤਾਂ ਦੇਖਣ ਤਾਂ ਉਹ ਇਹਦੇ ਰੂਟੀਨ 'ਚ ਜਿਵੇਂ ਆਪਾਂ ਕਿਸੇ ਨੂੰ ਪੁੱਛ-ਗਿੱਛ ਕਰਦੇ ਵੀ ਤੁਸੀਂ ਇੱਥੇ ਕਿਵੇਂ ਖੜੇ ਹੋ, ਤਾਂ ਉਹ ਖੁਦ ਹੀ ਭੱਜ ਪਿਆ ਅੱਗੇ, ਮਤਲਬ ਕਿ ਤਾਂ ਜਿਹਦੇ ਤੋਂ ਮਤਲਬ ਇਹ ਚੀਜ਼ ਲੱਗਦੀ ਹੈ ਵੀ ਕੋਈ ਮਾੜੀ ਬੁਰੀ ਨੀਤ ਨਾਲ ਆਏ ਸੀ। ਤਾਂ ਪੁਲਿਸ ਦੀ ਚੌਕਸੀ ਦੇ ਚੱਲਦੇ ਲੁੱਟ ਦੀ ਵਾਰਦਾਤ ਤਾਂ ਟੜੀ ਹੀ, ਸਗੋਂ ਚੋਰ ਆਪਣਾ ਮਾਲੀ ਨੁਕਸਾਨ ਵੀ ਕਰਾ ਗਏ। ਹੁਣ ਪੁਲਿਸ ਬਾਈਕ ਅਤੇ CCTV ਦੇ ਜ਼ਰੀਏ ਇਹਨਾਂ ਚੋਰਾਂ ਤੱਕ ਪਹੁੰਚੇਗੀ। ਕੋਟਕਪੂਰਾ ਤੋਂ ਸੂਰਜਪਾਨ, ਨਿਊਜ਼ 18 ਪੰਜਾਬ।
ਤੇ ਖਬਰ ਮੋਹਾਲੀ ਤੋਂ, ਜਿੱਥੇ ਇੱਕ NRI ਬਿਲਡਰ ਦੇ ਨਾਲ ਕਰੋੜਾਂ ਦੀ ਠੱਗੀ ਵੱਜੀ ਹੈ। ਮੋਹਾਲੀ ਦੇ ਖਰੜ ਦੇ ਵਿੱਚ ਇੱਕ NRI ਬਿਲਡਰ ਦੇ ਨਾਲ 30 ਕਰੋੜ ਦੀ ਠੱਗੀ ਹੋਈ ਹੈ ਔਰ ਇਹ ਠੱਗੀ ਮਾਰੀ ਆ ਉਸਦੇ ਹੀ ਕੇਅਰਟੇਕਰ ਨੇ, ਕਿਉਂਕਿ ਕੇਅਰਟੇਕਰ ਨੇ ਕਰੋੜਾਂ ਦੀ ਜਾਇਦਾਦ ਜਾਲੀ ਦਸਤਖਤ ਕਰਕੇ ਵੇਚ ਦਿੱਤੀ, ਜਿਹਦੇ 'ਚ 11 ਤੋਂ ਵੱਧ ਸ਼ੋਰੂਮ ਸੀ ਤੇ 13 ਤੋਂ ਜ਼ਿਆਦਾ ਫਲੈਟ ਸੀ। ਇਹ ਉਸਦੇ ਕੇਅਰਟੇਕਰ ਨੇ ਤੇ ਉਸਦੀ ਪਤਨੀ ਨੇ ਰਲ ਕੇ ਜਾਲੀ ਦਸਤਖਤ ਕਰਕੇ ਇਹ ਸਾਰੀ ਪ੍ਰਾਪਰਟੀ ਵੇਚ ਦਿੱਤੀ। 30 ਕਰੋੜ ਦੀ ਠੱਗੀ ਦੱਸੀ ਜਾ ਰਹੀ ਹੈ। ਪੁਲਿਸ ਨੇ ਕੇਅਰਟੇਕਰ ਤੇ ਉਸਦੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ। NRI ਦਾ ਨਾਮ ਗੁਰਮੁਖ ਸਿੰਘ ਹੈ, ਜੋ ਵਿਦੇਸ਼ ਦੇ ਵਿੱਚ ਰਹਿੰਦਾ ਹੈ ਔਰ ਇੱਥੇ ਉਸਨੇ ਕੇਅਰਟੇਕਰ ਰੱਖੇ ਹੋਏ ਸੀ ਔਰ ਉਹਨਾਂ ਕੇਅਰਟੇਕਰ ਨੇ ਖੁਦ ਹੀ ਦਸਤਖਤ ਕਰਕੇ, ਜਾਲੀ ਦਸਤਖਤ ਕਰਕੇ ਉਸਦੀ ਪ੍ਰਾਪਰਟੀ ਵੇਚ ਦਿੱਤੀ। ਇਹ ਇੱਕ ਅਮਰੀਕ ਸਿੰਘ ਹੈ ਜੀ, ਇੱਕ ਸੁਖਦੀਪ ਕੌਰ ਇਹਦੀ ਵਾਈਫ ਤੇ ਇੱਕ ਮੇਰਾ ਕੋਆਰਡੀਨੇਟ ਹੈ ਸੰਦੀਪ ਸਿੰਘ ਜੀ। ਇਹਨਾਂ ਨੇ ਸਾਰਿਆਂ ਨੇ ਆਪਣਾ ਜੀ ਜਾਲੀ ਪੇਪਰ ਬਣਾ ਕੇ ਵੇਚਦੇ ਰਹੇ ਜੀ। ਤੇ ਜਿਹੜਾ ਅਮਰੀਕ ਸਿੰਘ ਹੈ ਜੀ, ਇਹ ਮੇਰੀ ਭੂਆ ਜੀ ਦਾ ਲੜਕਾ ਸੀ ਜੀ। ਇਹ ਸਾਡੇ ਘਰੇ ਇਹਨੇ ਜਨਮ ਲਿਆ ਜੀ। ਅਸੀਂ ਇਹਨਾਂ ਨੂੰ ਪਾਲ ਕੇ ਵੱਡੇ ਕੀਤਾ ਜੀ, ਪੜ੍ਹਾਇਆ, ਮੈਰਿਜ ਕੀਤੀ ਜੀ। ਤੇ ਮੈਂ ਬਾਹਰ ਰਹਿਣਾ ਜੀ, NRI ਹੈ ਜੀ, ਸਿਆਟਲ ਸ਼ਹਿਰ 'ਚ ਜੀ, USA। ਤੇ ਇਹਨੂੰ ਮੈਂ ਜੇ ਕੇਅਰ ਟੇਕਰ ਜੀ ਇੱਥੇ ਰੱਖਿਆ ਹੋਇਆ ਸੀ ਜੀ। ਤੇ ਇਹਨਾਂ ਨੇ ਜੀ, ਇਹਨਾਂ ਨੂੰ ਕੋਈ ਅਥੋਰਾਈਜ਼ ਪਾਵਰ ਨਹੀਂ ਸੀ। ਇਹਨਾਂ ਨੇ ਫਰਮ ਦੇ ਅਥੋਰਾਈਜ਼ ਪਾਵਰ ਜਾਲੀ ਪੇਪਰ ਬਣਾ ਕੇ ਜੀ, ਅਥੋਰਾਈਜ਼ ਸਾਈਨ ਕਰਕੇ ਤੇ ਪ੍ਰਾਪਰਟੀਆਂ ਨੇ ਜੀ ਜਿਹੜੀਆਂ ਅਲੱਗ-ਅਲੱਗ ਕੰਪਨੀ ਦੀਆਂ ਵੇਚਤੀਆਂ ਜੀ। ਤੇ ਜਿਹੜੇ ਪੈਸੇ ਸੀ ਉਹ ਇਹਨਾਂ ਨੇ ਆਪਣੇ ਪਰਸਨਲ ਅਕਾਊਂਟਾਂ 'ਚ ਪਵਾ ਲਏ, ਜਦੋਂ ਕਿ ਜਿੰਨੀਆਂ ਪ੍ਰਾਪਰਟੀਆਂ ਨੇ ਇਹ ਅੱਜ ਤੋਂ 15 ਸਾਲ ਪਹਿਲਾਂ ਮੈਂ ਖਰੀਦ ਚੁੱਕਿਆ ਜੀ। ਤੇ ਇਹਨਾਂ ਪ੍ਰਾਪਰਟੀਆਂ ਦੇ ਉੱਤੇ ਮੇਰਾ 1 ਕਰੋੜ 90 ਲੱਖ ਦਾ ਲੋਨ ਸੀ ਜੀ, ਇਲਾਹਾਬਾਦ ਬੈਂਕ ਤੋਂ ਜੀ। ਪਰ ਇਹਨਾਂ ਨੇ ਸਾਰੇ ਡਾਕੂਮੈਂਟ ਗਲਤ ਬਣਾ ਕੇ ਇਹਨਾਂ ਨੂੰ ਦੁਬਾਰੇ ਸੇਲ ਕਰਤੀਆਂ ਜੀ ਤੇ ਉਹਨਾਂ ਦੇ ਉੱਤੇ ਦੁਬਾਰੇ ਇਹਨਾਂ ਨੇ ਲੋਨ ਲੈ ਲਏ। ਕਿੰਨੀਆਂ ਕੁ ਦੁਕਾਨਾਂ ਜਾਂ ਕਿੰਨਾ ਕੁ ਮਾਲ ਹੈ ਜਿਹੜਾ ਵੇਚਿਆ ਤੁਸੀਂ ਦੱਸ ਰਹੇ ਹੋ? ਇਹਨਾਂ ਨੇ ਜੀ 11 ਦੁਕਾਨਾਂ ਦੀਆਂ ਰਜਿਸਟਰੀਆਂ ਕਰਾਤੀਆਂ ਜੀ, 2 SCO ਨੇ ਜੀ ਵੱਡੇ, ਇੱਕ ਪਲਾਟ ਹੈ ਜੀ 300 ਗਜ ਦਾ, ਬਾਕੀ 13 ਫਲੈਟ ਨੇ ਜੀ 1901 ਸਕੁਅਰ ਫੁੱਟ ਦੇ, ਉਹ ਵੀ ਕਾਫੀ ਵੱਡੇ ਫਲੈਟ ਨੇ ਜੀ। ਕੰਪਨੀ ਦਾ ਇੱਕ ਸੰਦੀਪ ਸਿੰਘ ਪੁੱਤਰ ਮੋਹਨ ਸਿੰਘ ਖਾਸਪੁਰਾ, ਉਹ ਵੀ ਜਿਹੜਾ ਹੈਗਾ ਇਸ ਜਿਹੜੀ ਧੋਖਾਧੜੀ ਦੇ ਵਿੱਚ ਸ਼ਾਮਲ ਹੈ। ਇਸ ਤੋਂ ਪਹਿਲਾਂ ਵੀ ਜਿਹੜੀਆਂ ਹੈਗੀਆਂ ਗੁਰਮੁਖ ਸਿੰਘ ਵੱਲੋਂ ਅਮਰੀਕ ਸਿੰਘ ਦੇ ਖਿਲਾਫ ਮੁਕੱਦਮਾ ਨੰਬਰ 142 ਮਿਤੀ 30/4/23 ਅਧੀਨ ਧਾਰਾ 406, 420, 465, 467, 468, 471, 120 ਵੀ IPC ਥਾਣਾ ਸਿਟੀ ਖਰੜ ਦਰਜ ਰਜਿਸਟਰ ਹੋਇਆ ਗਿਆ ਸੀ, ਜਿਹਦੇ ਵਿੱਚ ਵੀ ਜਿਹੜਾ ਹੈਗਾ ਅਮਰੀਕ ਸਿੰਘ ਅਤੇ ਇਸ ਦੀ ਘਰਵਾਲੀ ਜਿਹੜੀ ਹੈਗੀ ਹੈ ਸੁਖਦੀਪ ਕੌਰ ਹੈ, ਵਾਸੀਆਂ ਪਿੰਡ ਸ਼ੇਰਗੜ੍ਹ ਬਾੜਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਇਹਨੂੰ ਜਿਹੜਾ ਹੈਗਾ 12/5/23 ਨੂੰ ਗ੍ਰਿਫਤਾਰ ਕਰਕੇ ਜਿਹੜਾ ਇਹਦਾ 5 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀਗਾ। ਹੁਣ ਜਿਹੜਾ 170 ਨੰਬਰ ਮੁਕੱਦਮਾ ਦੁਬਾਰਾ ਦਰਜ ਹੋਇਆ, ਇਹਦੇ ਵਿੱਚ ਕੱਲ੍ਹ ਜਿਹੜਾ ਹੈਗਾ ਮਾਨਯੋਗ ਅਦਾਲਤ ਪਾਸੋਂ ਜਿਹੜੀ ਪਰਮਿਸ਼ਨ ਹਾਸਲ ਕਰਕੇ ਇਹਦੀ ਗ੍ਰਿਫਤਾਰੀ ਕੀਤੀ ਹੈ, ਜੋ 1 ਦਿਨ ਦੇ ਪੁਲਿਸ ਰਿਮਾਂਡ ਤੇ ਚੱਲ ਰਿਹਾ ਹੈ। ਤੇ ਖਬਰ ਜਲਾਲਾਬਾਦ ਤੋਂ, ਜਿੱਥੇ ਪੁਲਿਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ 2 ਚੋਰਾਂ ਨੂੰ ਗ੍ਰਿਫਤਾਰ ਕੀਤਾ ਔਰ ਇਹਨਾਂ ਕੋਲੋਂ 4 ਚੋਰੀ ਦੇ ਮੋਟਰਸਾਈਕਲ ਵੀ ਬਰਾਮਦ ਹੋਏ ਨੇ। ਥਾਣੇ ਦੇ ਬਾਹਰ ਖੜੇ ਮੋਟਰਸਾਈਕਲ ਚੋਰੀ ਦੀ ਨਿੰਦਾ। ਮੂੰਹ ਲੁਕੋਏ ਜ਼ਮੀਨ ਤੇ ਬੈਠਾ ਇਹ ਉਹੀ ਨੌਜਵਾਨ ਹੈ ਜਿਸ ਨੇ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਮਾਮਲਾ ਜਲਾਲਾਬਾਦ ਦਾ, ਜਿੱਥੇ ਵਾਧੀਆਂ ਚੋਰੀ ਦੀਆਂ ਵਾਰਦਾਤਾਂ ਤੇ ਨਕੇਲ ਕੱਸਦੇ ਹੋਏ ਪੁਲਿਸ ਨੇ ਕਾਰਵਾਈ ਦੌਰਾਨ ਇਹਨਾਂ 2 ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮ ਗੁਰਮੀਤ ਸਿੰਘ ਉਰਫ ਰਿੰਪੀ ਅਤੇ ਕੁਲਵੰਤ ਸਿੰਘ ਦੋਵੇਂ ਪਿੰਡ ਫੱਤੂਵਾਲਾ ਦੇ ਨੇ, ਜਿਨ੍ਹਾਂ ਦੀ ਨਿਸ਼ਾਨਦੇਹੀ ਤੇ ਚੋਰੀ ਦੇ 4 ਮੋਟਰਸਾਈਕਲ ਤੇ 11 ਮੋਬਾਈਲ ਫੋਨ ਬਰਾਮਦ ਹੋਏ ਨੇ। ਦੋਨੋਂ ਫੱਤੂਵਾਲੇ ਦੇ ਰਹਿਣ ਵਾਲੇ ਆ। ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਪਾਸੋਂ 4 ਚੋਰੀ ਦੇ ਮੋਟਰਸਾਈਕਲ ਅਤੇ 11 ਮੋਬਾਈਲ ਜਿਹੜੇ ਇਹਨਾਂ ਵੱਖ-ਵੱਖ ਵਿਅਕਤੀਆਂ ਤੋਂ ਚੋਰੀ ਕੀਤੇ ਆ, ਉਹ ਬਰਾਮਦਗੀ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜ਼ਿਕਰ ਹੋ ਗਿਆ ਕਿ ਮੁਲਜ਼ਮ ਗੁਰਮੀਤ ਸਿੰਘ ਤੇ ਪਹਿਲਾਂ ਵੀ ਚੋਰੀ ਦੇ ਮਾਮਲਾ ਦਰਜ ਹੈ ਅਤੇ ਮੁਲਜ਼ਮ ਜ਼ਮਾਨਤ ਤੇ ਬਾਹਰ ਆਇਆ ਹੋਇਆ ਸੀ, ਪਰ ਬਾਵਜੂਦ ਉਸਨੇ ਦੁਬਾਰਾ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਫਿਲਹਾਲ ਦੋਵੇਂ ਮੁਲਜ਼ਮ ਪੁਲਿਸ ਦੀ ਗਿਰਫਤ 'ਚ ਨੇ ਤੇ ਪੁੱਛਗਿੱਛ ਦੌਰਾਨ ਦੋਵਾਂ ਤੋਂ ਖੁਲਾਸੇ ਹੋਣ ਦੀ ਉਮੀਦ ਹੈ। ਜਲਾਲਾਬਾਦ ਤੋਂ ਪ੍ਰਦੀਪ ਕੁਮਾਰ, ਨਿਊਜ਼ 18 ਪੰਜਾਬ।